ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਭਾਰਤ ਦੀ ਸਿਆਸਤ ਦੇ ਨਾਲ ਜੁੜੇ ਵੱਖ-ਵੱਖ ਮੁੱਦੇ। ਸਭ ਤੋਂ ਪਹਿਲਾਂ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ ਕਿ ਮੋਦੀ ਦੇ ਵੱਲੋਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰ ਕੀਤਾ ਗਿਆ, ਕਈ ਨਵੇਂ ਮੰਤਰੀ ਬਣਾਏ ਗਏ ਨੇ, ਕਈਆਂ ਨੂੰ ਪ੍ਰਮੋਟ ਕੀਤਾ ਗਿਆ ਤੇ ਕਈ ਸੀਨੀਅਰ ਤੇ ਪੁਰਾਣੇ ਮੰਤਰੀਆਂ ਦੀ ਛੁੱਟੀ ਕੀਤੀ ਗਈ ਹੈ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਅੰਦਰ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਮੁਸ਼ਕਿਲਾਂ ਵਧਾ ਦਿੱਤੀਆਂ ਨੇ ਪ੍ਰਸ਼ਾਂਤ ਕਿਸ਼ੋਰ ਨੇ। ਕੈਪਟਨ ਅਮਰਿੰਦਰ ਸਿੰਘ ਦੀਆਂ ਸਿੱਧੇ ਤੌਰ ਤੇ ਨਸੀਹਤ ਦਿੱਤੀ ਗਈ ਹੈ ਕਿ ਕੁਝ ਕਹਿੰਦੇ ਨੇ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਕਿਸ ਤਰੀਕੇ ਦੇ ਨਾਲ ਕੈਪਟਨ ਦੀਆਂ ਵਧੀਆਂ ਨੇ ਮੁਸ਼ਕਿਲਾਂ। ਇਸ ਤੇ ਵੀ ਗੱਲਬਾਤ ਕਰਾਂਗੇ ਤੇ ਬਾਅਦ ਦੇ ਵਿੱਚ ਗੱਲਬਾਤ ਕਰਾਂਗੇ ਕਿ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਬਲਾਤਕਾਰ ਮਾਮਲੇ ਵਿੱਚ ਅਦਾਲਤ ਨੇ FIR ਦਰਜ ਕਰਨ ਦੇ ਦਿਸ਼ਾ ਨਿਰਦੇਸ਼ ਲੁਧਿਆਣਾ ਦੀ ਪੁਲਿਸ ਨੂੰ ਕਰ ਦਿੱਤੇ ਨੇ ਤੇ ਕਿਸ ਤਰੀਕੇ ਦਾ ਹੁਣ ਅਗਲਾ ਜਿਹੜਾ ਰਵੱਈਆ ਰਹਿਣ ਵਾਲਾ ਪੁਲਿਸ ਦਾ ਸਿਮਰਜੀਤ ਸਿੰਘ ਬੈਂਸ ਦੇ ਪ੍ਰਤੀ, ਇਸ ਤੇ ਵੀ ਗੱਲਬਾਤ ਕਰਾਂਗੇ ਤੇ ਕਿਸ ਤਰੀਕੇ ਦੇ ਨਾਲ ਮੁਸ਼ਕਿਲਾਂ ਵਧੀਆਂ ਨੇ ਸਿਮਰਜੀਤ ਬੈਂਸ ਦੀਆਂ, ਇਸ ਤੇ ਵੀ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਬਾਅਦ ਚ ਕਰਦੇ ਹਾਂ ਚਰਚਾ। ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਬਹੁਤ-ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਮੋਦੀ ਦੇ ਵੱਲੋਂ ਆਪਣੀ ਕੈਬਨਿਟ ਦੇ ਵਿੱਚ ਵਿਸਤਾਰ ਕੀਤਾ ਗਿਆ, ਲਗਭਗ 43 ਜਿਹੜੇ ਨਵੇਂ ਮੰਤਰੀ ਬਣਾਏ ਗਏ ਨੇ, ਉਹਨਾਂ ਦੇ ਵਿੱਚ ਕੁਝ ਪੁਰਾਣੇ ਵੀ ਨੇ, ਪਰ ਕੱਲ ਨਵੇਂ 43 ਮੰਤਰੀਆਂ ਨੇ ਹਲਫ ਲਿਆ, ਜਿਨ੍ਹਾਂ ਦੇ ਕੁਝ ਮਹਿਕਮੇ ਬਦਲੇ ਗਏ। ਕਿਵੇਂ ਦੇਖਦੇ ਹੋ? ਕਈਆਂ ਨੂੰ ਪ੍ਰਮੋਟ ਕੀਤਾ ਗਿਆ, ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੀ ਤੇ ਕਈਆਂ ਦੀ ਛੁੱਟੀ ਵੀ ਹੋਈ। ਕੀ ਲੋੜ ਪੈ ਗਈ ਮੋਦੀ ਸਰਕਾਰ ਨੂੰ ਇਸ ਤਰੀਕੇ ਦਾ ਕਦਮ ਚੁੱਕਣ? ਸੁਖਵਿੰਦਰ ਜੀ, ਪਹਿਲਾਂ ਤਾਂ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਦੱਸੀਏ ਵੀ ਜਿਹੜੇ 43 ਮੰਤਰੀਆਂ ਨੇ ਕੱਲ ਹਲਫ ਲਈ ਹੈ, ਔਰ ਇਹਦੇ ਵਿੱਚ ਕੁਝ ਨਵੇਂ ਵੀ ਨੇ, ਕੁਝ ਪੁਰਾਣੇ ਵੀ ਨੇ, ਜਿਵੇਂ ਤੁਸੀਂ ਕਿਹਾ। ਔਰ ਖਾਸ ਤੌਰ ਤੇ ਆਪਾਂ ਇੱਥੇ ਦੱਸਣਾ ਬਣਦਾ ਕਿ ਸੋਨੋਵਾਲ ਤੇ ਸਿੰਧੀਆ ਜਿਹੜੇ ਸੀ ਬਾਕੀ ਦੂਸਰੀਆਂ ਜਿਹੜੀਆਂ ਪਾਰਟੀਆਂ ਚੋਂ ਆਏ ਹੋਏ ਆ, ਉਹਨਾਂ ਨੂੰ ਵੀ ਵਜ਼ਾਰਤ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਜਿਹੜੀ ਉਹਨਾਂ ਦੇ ਆਪਣੇ ਥੰਮ ਸੀਗੇ BJP ਦੇ, ਜਿਹਦੇ ਵਿੱਚ ਪ੍ਰਸ਼ਾਦ ਕਾਨੂੰਨ ਮੰਤਰੀ ਸੀਗੇ ਔਰ ਜਾਵੇੜਕਰ ਜਿਹੜੇ ਸੀਗੇ ਵੱਡੇ ਮੰਤਰੀਆਂ ਸ਼ਾਮਲ ਸੀਗੇ, ਵਰਦਨ ਤੇ ਪੋਖਰਿਆਲ ਸਮੇਤ 12 ਮੰਤਰੀਆਂ ਦੀ ਜਿਹੜੀ ਹੈਗੀ ਆ ਉਹ ਛੁੱਟੀ ਕਰ ਦਿੱਤੀ ਗਈ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜੇ ਆਪਾਂ ਮੇਨ ਜੇ ਆਪਾਂ ਅਹੁਦੇ ਦਈਏ, ਕਹੀਏ ਕਿ ਕਿਹੜੇ ਕਿਹਨੂੰ ਕੀ ਮਿਲਿਆ, ਉਹਦੇ ਬਾਰੇ ਆਪਾਂ ਦਰਸ਼ਕਾਂ ਨੂੰ ਜ਼ਰੂਰ ਮੈਂ ਦੱਸਣਾ ਚਾਹਣਾ। ਅਮਿਤ ਸ਼ਾਹ ਜਿਹੜੇ ਕਿ ਬਹੁਤ ਖਾਸ ਮੋਦੀ ਜੀ ਦੇ ਮੰਨੇ ਜਾਂਦੇ ਆ, ਉਹਨਾਂ ਨੂੰ ਗ੍ਰਹਿ ਮੰਤਰੀ ਦੇ ਨਾਲ ਮਿਨਿਸਟਰੀ ਆਫ ਕੋਆਪਰੇਸ਼ਨ ਦੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ, ਔਰ ਉਹਨਾਂ ਦਾ ਅਹੁਦਾ ਵੀ ਜਿਹੜਾ ਹੈਗਾ ਇਹਦਾ ਮਤਲਬ ਵਧਾਇਆ ਗਿਆ। ਔਰ ਇਸ ਤੋਂ ਇਲਾਵਾ ਹਰੀਸ਼ ਸਿੰਘ ਪੁਰੀ ਜਿਹੜੇ ਕਿ ਪੰਜਾਬ ਤੋਂ ਚੋਣ ਲੜਦੇ, ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦਾ ਚਿਹਰਾ ਕਹੇ ਜਾਂਦੇ ਨੇ, ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ। ਉਹਨਾਂ ਨੂੰ ਸ਼ਹਿਰੀ ਵਿਕਾਸ ਤੇ ਪੈਟਰੋਲੀਅਮ ਮਹਿਕਮਾ ਜਿਹੜਾ ਬਹੁਤ ਅਹਿਮ ਹੈ, ਔਰ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਜੇ ਸਭ ਤੋਂ ਵੱਧ ਰੌਲਾ ਪੈ ਰਿਹਾ ਉਹ ਪੈਟਰੋਲ ਦੇ ਉੱਤੇ, ਡੀਜ਼ਲਾਂ ਦੀਆਂ ਕੀਮਤਾਂ ਦੇ ਉੱਤੇ ਪੈ ਰਿਹਾ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਮਹਿਕਮਾ ਹੋਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਚੁਣੌਤੀਆਂ ਭਰਪੂਰ ਜਿਹੜਾ ਹੈਗਾ ਹੋਏਗਾ। ਇਸੇ ਤਰ੍ਹਾਂ ਅਸ਼ਵਨੀ ਵੈਸ਼ਨਵ ਨੂੰ ਰੇਲ ਮੰਤਰਾਲਾ ਜਿਹੜਾ ਹੈਗਾ ਦਿੱਤਾ ਗਿਆ, ਕਿਉਂਕਿ ਰੇਲ ਦਾ ਮਹਿਕਮਾ ਇੱਕ ਵੱਖਰਾ ਬਜਟ ਜਿਹੜਾ ਹੈਗਾ, ਰੇਲ ਬਜਟ ਜਿਹੜਾ ਹੈਗਾ ਉਹ ਹਿੰਦੁਸਤਾਨ ਦੇ ਵਿੱਚ ਪਾਸ ਹੁੰਦਾ ਹੈ। ਸੋ ਇਸ ਕਰਕੇ ਇਹ ਵੀ ਮਹਿਕਮਾ ਜਿਹੜਾ ਹੈਗਾ ਬਹੁਤ ਅਹਿਮ ਮੰਨਿਆ ਜਾਂਦਾ ਹੈ, ਇਹ ਉਹਨਾਂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਅਗਲਾ ਹੈਗਾ ਪਿਊਸ਼ ਗੋਇਲ, ਜਿਹੜੇ ਕਿ ਬਹੁਤ ਖਾਸ ਮੋਦੀ ਜੀ ਦੇ ਮੰਨੇ ਜਾਂਦੇ ਨੇ। ਉਹਨਾਂ ਨੂੰ ਕੱਪੜਾ ਵਿਭਾਗ ਜਿਹੜਾ ਹੈਗਾ ਔਰ ਵਣਜ ਤੇ ਉਦਯੋਗ ਮੰਤਰਾਲਾ ਜਿਹੜਾ ਹੈਗਾ ਉਹ ਦਿੱਤਾ ਗਿਆ। ਇਸੇ ਤਰ੍ਹਾਂ ਮਨਸੁਖ ਮਾਂਡਵੀਆ, ਉਹਨਾਂ ਨੂੰ ਸਿਹਤ, ਕੈਮੀਕਲ, ਫਰਟੀਲਾਈਜ਼ਰ ਦਾ ਮਹਿਕਮਾ ਦਿੱਤਾ ਗਿਆ। ਕਿਰਨ ਰਿਜਿਜੂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ ਪ੍ਰਸ਼ਾਦ ਦੀ ਜਗ੍ਹਾ। ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਵੱਡੇ ਚਿਹਰਾ ਸੀ ਗਏ ਮੋਦੀ ਸਰਕਾਰ ਦੇ ਵਿੱਚ। ਇਸੇ ਤਰ੍ਹਾਂ ਸਰਬਾਨੰਦ ਸੋਨੋਵਾਲ ਨੂੰ ਆਯੂਸ਼ ਨੂੰ ਜਿਹੜਾ ਹੈਗਾ ਆਯੂਸ਼ ਮੰਤਰੀ, ਔਰ ਧਰਮਿੰਦਰ ਪ੍ਰਧਾਨ ਨੂੰ ਜਿਹੜਾ ਹੈਗਾ ਨਵਾਂ ਸਿੱਖਿਆ ਮੰਤਰੀ ਜਿਹੜਾ ਹੈਗਾ ਅੱਜ ਸਾਡੇ ਸਾਹਮਣੇ ਹੈ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਧਰਮਿੰਦਰ ਪ੍ਰਧਾਨ ਜੀ। ਔਰ ਹੁਨਰ ਤੇ ਵਿਕਾਸ ਮੰਤਰਾਲਾ ਵੀ ਇਹਨਾਂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਅਨੁਰਾਗ ਠਾਕੁਰ ਜਿਹੜੇ ਨੇ ਨੌਜਵਾਨ ਮਾਮਲਿਆਂ ਦੇ ਮੰਤਰੀ ਬਣਾਏ ਗਏ ਨੇ ਤੇ ਖੇਡਾਂ ਦੇ ਨਾਲ ਉਹਨਾਂ ਨੂੰ ਨਾਲ ਦਿੱਤਾ ਗਿਆ ਮਹਿਕਮਾ। ਇਸੇ ਤਰ੍ਹਾਂ ਪਸ਼ੂਪਤੀ ਪਾਰਸ ਨੂੰ ਫੂਡ ਤੇ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ, ਜਿਹੜਾ ਕਿ ਕਿਸੇ ਵੇਲੇ ਹਰਸਿਮਰਤ ਬਾਦਲ ਹੋਰਾਂ ਕੋਲ ਸੀਗਾ ਮੰਤਰਾਲਾ ਇਹ, ਔਰ ਇਹ ਹੁਣ ਉਹਨਾਂ ਨੂੰ ਬਦਲ ਦਿੱਤਾ ਗਿਆ। ਇਸੇ ਤਰ੍ਹਾਂ ਭੁਪਿੰਦਰ ਯਾਦਵ ਨੂੰ ਕਿਰਤ ਮਹਿਕਮਾ ਦਿੱਤਾ ਗਿਆ
ਤੇ ਮੀਨਾਕਸ਼ੀ ਲੇਖੀ ਵਿਦੇਸ਼ ਰਾਜ ਮੰਤਰੀ ਦੀ ਕੁਰਸੀ ਦਿੱਤੀ ਗਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਅਹਿਮ ਮਹਿਕਮੇ ਸੀਗੇ, ਇਹਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਤਬਦੀਲੀਆਂ ਕੀਤੀਆਂ ਗਈਆਂ ਨੇ। ਹੁਣ ਸਵਾਲ ਪੈਦਾ ਹੁੰਦਾ ਕਿ ਤਬਦੀਲੀਆਂ ਕਰਨ ਦੀ ਲੋੜ ਕਿਉਂ ਪਈ? ਜਿਵੇਂ ਤੁਸੀਂ ਸਵਾਲ ਉਠਾਇਆ ਸੀਗਾ, ਮੋਦੀ ਸਾਹਿਬ ਨੂੰ ਇੱਕਦਮ ਚੇਂਜ ਕਿਉਂ ਕਰਨਾ ਪੈ ਗਿਆ? ਉਹਦੇ ਵਿੱਚ ਵੱਡਾ ਕਾਰਨ ਸੁਖਵਿੰਦਰ ਜੀ ਇਹ ਹੈ ਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ 5 ਸਟੇਟਾਂ ਦੇ ਵਿੱਚ ਚੋਣਾਂ ਹੋਈਆਂ, ਔਰ ਉਹਨਾਂ ਸਟੇਟਾਂ ਦੇ ਵਿੱਚ ਬੀਜੇਪੀ ਨੂੰ ਇਹ ਲੱਗਦਾ ਸੀਗਾ ਕਿ ਸਾਡੀ ਜਿਹੜੀ ਕਾਰਜਗੁਜ਼ਾਰੀ ਹੈ ਉਹ ਕੋਈ ਬਹੁਤੀ ਉਹਨੂੰ ਬੂਰ ਨਹੀਂ ਪੈ ਰਿਹਾ ਸੀਗਾ, ਲੋਕ ਉਹਦਾ ਸਾਥ ਨਹੀਂ ਸੀ ਦੇ ਰਹੇ। ਵੱਖ-ਵੱਖ ਸਟੇਟਾਂ ਦੇ ਵਿੱਚ ਇੱਕ ਵਿਰੋਧ ਦੀ ਲਹਿਰ ਜਿਹੜੀ ਹੈਗੀ ਹੈ ਚੱਲ ਰਹੀ ਸੀਗੀ। ਇਸ ਤੋਂ ਵੀ ਇਲਾਵਾ ਜੇ ਆਪਾਂ ਦੇਖੀਏ ਕਿ ਅਗਲੇ ਜਿਹੜੇ 22 ਦੇ ਵਿੱਚ ਚੋਣਾਂ ਹੋਣੀਆਂ ਨੇ, ਉਹਦੇ ਵਿੱਚ ਵੀ 5 ਸੂਬਿਆਂ ਦੇ ਵਿੱਚ ਵੱਡੀਆਂ ਜਿਹੜੀਆਂ, ਖਾਸ ਤੌਰ ਤੇ ਯੂਪੀ ਦੇ ਵਿੱਚ ਔਰ ਉੱਤਰਾਖੰਡ ਦੇ ਵਿੱਚ ਜਿੱਥੇ ਉਹਨਾਂ ਦੀ ਸੱਤਾ ਹੈ, ਉੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜਿਹੜਾ ਹੈਗਾ ਵਿਰੋਧ ਸਾਡਾ ਹੋ ਸਕਦਾ ਹੈ। ਸੋ ਉਹਦੇ ਕਰਕੇ ਵੀ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ, ਪੰਜਾਬ ਦੇ ਵਿੱਚ ਵੀ ਕਿਉਂਕਿ ਬਹੁਤ ਛੇਤੀ ਚੋਣਾਂ ਹੋਣ ਵਾਲੀਆਂ ਨੇ, ਔਰ ਇਸ ਤੋਂ ਇਲਾਵਾ ਮਣੀਪੁਰ ਦੇ ਵਿੱਚ, ਗੋਆ ਦੇ ਵਿੱਚ ਚੋਣਾਂ ਹੋਣੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ ਤਾਂ ਲਾਜ਼ਮੀ ਤੁਹਾਨੂੰ ਉਹਨਾਂ ਦੇ ਜਿਹੜੇ ਵੱਖ-ਵੱਖ ਸਟੇਟਾਂ ਦੇ ਲੀਡਰ ਨੇ ਉਹਨਾਂ ਨੂੰ ਐਡਜਸਟ ਕਰਨਾ ਪਏਗਾ। ਇਸੇ ਤਰ੍ਹਾਂ ਕੁਝ ਜਿਹੜੇ ਸੀਗੇ ਵੱਡੇ ਚਿਹਰੇ ਕਾਂਗਰਸ ਦੇ ਵਿੱਚੋਂ ਜਾਂ ਬਾਕੀ ਪਾਰਟੀਆਂ ਚੋਂ ਸ਼ਾਮਲ ਹੋਏ ਸੀ ਬੀਜੇਪੀ ਦੇ ਵਿੱਚ, ਉਹਨਾਂ ਨੂੰ ਵੀ ਐਡਜਸਟ ਕਰਨ ਦੀ ਲੋੜ ਸੀਗੀ। ਉਹ ਵੀ ਬੜੇ ਲੰਮੇ ਸਮੇਂ ਤੋਂ, ਖਾਸ ਤੌਰ ਤੇ ਸਿੰਧੀਆ ਸਾਹਿਬ ਆਪਾਂ ਨੂੰ ਪਤਾ ਹੈ ਕਿ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਸਾਨੂੰ ਜਿਹੜਾ ਹੈਗਾ, ਕਿਉਂਕਿ ਪਿਛਲੀ ਗਵਰਨਮੈਂਟ ਜਦੋਂ ਕਾਂਗਰਸ ਦੀ ਗਵਰਨਮੈਂਟ ਸੀਗੀ 10 ਸਾਲ ਰਹੀ ਹੈ, ਤਾਂ ਉਹਦੇ ਵਿੱਚ ਉਹਨਾਂ ਨੂੰ ਮੰਤਰੀ ਦਾ ਪਦ ਦਿੱਤਾ ਗਿਆ ਸੀਗਾ। ਸੋ ਉਹ ਵੀ ਮੰਗ ਕਰ ਰਹੇ ਸੀਗੇ ਲੰਮੇ ਸਮੇਂ ਤੋਂ ਕਿ ਮੈਨੂੰ ਵੀ ਘੱਟੋ ਘੱਟ ਉਸ ਲੈਵਲ ਦਾ ਤਾਂ ਮੰਤਰੀ ਬਣਾਇਆ ਜਾਏ। ਸੋ ਉਹਨਾਂ ਨੂੰ ਵੀ ਐਡਜਸਟ ਕੀਤਾ ਗਿਆ। ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਸਾਰੀਆਂ ਚੀਜ਼ਾਂ ਚੋਣਾਂ ਨੂੰ ਦੇਖ ਕੇ ਹੋ ਰਹੀਆਂ ਨੇ। ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ 24 ਦੇ ਵਿੱਚ, ਕਿਉਂਕਿ ਹੁਣ ਨੇੜੇ ਆ ਰਿਹਾ ਸਮਾਂ, 24 ਦੇ ਵਿੱਚ ਵੀ ਜਿਹੜੀਆਂ ਨੇ ਦੁਬਾਰਾ ਜਿੱਤਣ ਦੀ ਕੋਸ਼ਿਸ਼ ਹੋਏਗੀ ਬੀਜੇਪੀ ਦੀ। ਮੋਦੀ ਸਾਹਿਬ ਨੂੰ ਲੱਗਦਾ ਹੈ ਕਿ 24 ਦੇ ਵਿੱਚ ਅਸੀਂ ਦੁਬਾਰਾ ਆਈਏ, ਔਰ ਉਹ ਤਾਂ ਹੀ ਆ ਸਕਦਾ ਕਿ ਜੇ ਵੱਖ-ਵੱਖ ਲੀਡਰਾਂ ਨੂੰ ਤੁਸੀਂ ਐਡਜਸਟ ਕਰੋਗੇ, ਉਹਨਾਂ ਨੂੰ ਚੰਗੇ ਮਲਾਈ ਵਾਲੇ ਮਹਿਕਮੇ ਦਿਓਗੇ, ਤਾਂ ਹੀ ਜਿਹੜੇ ਨੇ ਉਹ ਲੀਡਰ ਤੁਹਾਡੇ ਨਾਲ ਲੱਗਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਹ ਸਾਰੀਆਂ ਚੀਜ਼ਾਂ ਚੋਣਾਂ ਨੂੰ ਦੇਖਦੇ ਹੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਜੇ ਆਪਾਂ ਦੇਖੀਏ ਕਿ ਕਾਰਜਕਾਲ ਕਿੱਦਾਂ ਦਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਦਾ, ਤਾਂ ਉਹਦੇ ਵਿੱਚ ਇੱਕ ਤਾਂ ਵੱਡੀ ਜਿਹੜੀ ਘਟਨਾ ਵਾਪਰੀ ਹੈ ਉਹ ਹੈ ਕਿ ਕਰੋਨਾ ਦਾ ਜਿਹੜਾ ਸੰਕਟ ਪਿਛਲੇ ਦਿਨਾਂ ਦੇ ਵਿੱਚ, ਚਾਹੇ ਉਹ ਇਕਨੋਮੀ ਉਹਦੇ ਕਰਕੇ ਚਲੀ ਗਈ ਹੈ ਥੱਲੇ, ਚਾਹੇ ਹੋਰ ਬਾਕੀ ਚੀਜ਼ਾਂ ਜਿਹੜੀਆਂ ਨੇ ਪ੍ਰਭਾਵਿਤ ਹੋਈਆਂ ਨੇ ਬਹੁਤ ਬੁਰੀ ਤਰ੍ਹਾਂ। ਜਿਹੜੀਆਂ ਨੇ ਤੁਸੀਂ ਦੇਖੋਗੇ ਕਿ ਮੋਦੀ ਦੀ ਜਿਹੜੀ ਸੱਤਾ ਹੈ ਉਹਦੇ ਉੱਤੇ ਸਵਾਲ ਵੀ ਉਠਾਏ ਗਏ ਨੇ, ਔਰ ਬਹੁਤ ਸਾਰੇ ਜਿਹੜੇ ਨਾਕਾਮੀਆਂ, ਖਾਸ ਤੌਰ ਤੇ ਆਕਸੀਜਨ ਨੂੰ ਲੈ ਕੇ ਜਾਂ ਵੈਕਸੀਨ ਨੂੰ ਲੈ ਕੇ ਬਹੁਤ ਵੱਡੇ ਸਵਾਲ ਮੋਦੀ ਸਰਕਾਰ ਦੇ ਉੱਠਦੇ ਰਹੇ ਨੇ, ਔਰ ਇਸੇ ਤਰ੍ਹਾਂ ਇਕਨੋਮੀ ਨੂੰ ਲੈ ਕੇ, ਔਰ ਜਾਂ ਆਪਾਂ ਕਹੀਏ ਕਿ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਨੂੰ, ਮਹਿੰਗਾਈ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਇਹਨਾਂ ਤੇ ਉੱਠੇ ਨੇ। ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਲੱਗਦਾ ਹੈ ਕਿ ਵੱਖ-ਵੱਖ ਮਹਿਕਮਿਆਂ ਨੂੰ ਜਿਹੜਾ ਹੈਗਾ ਕੰਟਰੋਲ ਕੀਤਾ ਜਾਏ। ਔਰ ਦੂਸਰੀ ਵੱਡੀ ਘਟਨਾ ਮੋਦੀ ਸਾਹਿਬ ਦੇ ਕਾਰਜਕਾਲ ਦੇ ਵਿੱਚ ਵਾਪਰੀ ਹੈ ਕਿ ਕਿਸਾਨੀ ਦਾ ਅੰਦੋਲਨ, ਜਿਹੜਾ ਕਿ ਪਹਿਲਾਂ ਕਦੇ ਬੀਜੇਪੀ ਨੇ ਇਦਾਂ ਦਾ ਅੰਦੋਲਨ ਨਹੀਂ ਸੀ ਦੇਖਿਆ। ਬੇਸ਼ੱਕ ਥੋੜੇ ਬਹੁਤ ਅੰਦੋਲਨ ਹੁੰਦੇ ਸੀਗੇ, ਪਰ ਪਿਛਲੇ 1 ਸਾਲ ਤੋਂ ਜਿਸ ਕਿਸਮ ਦਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ, ਉੱਥੋਂ ਇਹ ਲੱਗਦਾ ਹੈ ਕਿ ਮੋਦੀ ਸਰਕਾਰ ਅੰਦਰ ਖਾਤੇ ਕਿਤੇ ਨਾ ਕਿਤੇ ਘਬਰਾਈ ਜ਼ਰੂਰ ਹੈ। ਇਹ ਨਹੀਂ ਹੈ ਉੱਤੋਂ, ਬੇਸ਼ੱਕ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸਾਨਾਂ ਦੀ ਪਰਵਾਹ ਨਹੀਂ ਕਰ ਰਹੇ, ਅਸੀਂ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੂੰ ਨਹੀਂ ਸੁਣ ਰਹੇ, ਉੱਪਰੋਂ ਲੱਗਦਾ ਹੈ। ਪਰ ਅੰਦਰੋਂ ਜਦੋਂ ਅਸੀਂ ਇਹਦਾ ਐਨਾਲਿਸਿਸ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਅੰਦਰ ਖਾਤੇ ਜਿਹੜੀ ਬੀਜੇਪੀ ਹੈ ਉਹ ਕਿਤੇ ਨਾ ਕਿਤੇ ਬਹੁਤ ਪ੍ਰਭਾਵ ਉਹਦੇ ਉੱਤੇ ਪਿਆ ਇਸ ਅੰਦੋਲਨ ਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਚੀਜ਼ਾਂ ਦੇ ਵਿੱਚ ਬਦਲਾਅ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਔਰ ਜਿਵੇਂ ਕਾਂਗਰਸ ਦਾ ਬਿਆਨ ਆਇਆ ਕਿ ਮੰਤਰੀਆਂ ਨੂੰ ਬਦਲਣ ਦੀ ਬਜਾਏ ਉਹਨਾਂ ਨੇ ਕਿਹਾ ਕਿ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਨੂੰ ਬਦਲਣਾ ਚਾਹੀਦਾ ਸੀਗਾ, ਪ੍ਰਧਾਨ ਮੰਤਰੀ ਨੂੰ ਬਦਲਣਾ ਚਾਹੀਦਾ ਸੀਗਾ, ਗ੍ਰਹਿ ਮੰਤਰੀ ਨੂੰ ਬਦਲਣਾ ਚਾਹੀਦਾ ਸੀਗਾ। ਇਸ ਤਰ੍ਹਾਂ ਦੇ ਬਿਆਨ ਵੀ ਵਿਰੋਧੀ ਪਾਰਟੀਆਂ ਨੇ ਦਿੱਤੇ ਨੇ। ਸੋ ਇਹ ਇਦਾਂ ਦੀਆਂ ਬਿਆਨ ਜਿਹੜੇ ਨੇ ਅਕਸਰ ਵਿਰੋਧੀ ਪਾਰਟੀਆਂ ਦਿੰਦੀਆਂ ਨੇ। ਪਰ ਮੇਰਾ ਆਪਣਾ ਨਿੱਜੀ ਤੌਰ ਤੇ ਇਹੀ ਮੰਨਣਾ ਹੈ ਕਿ ਮੋਦੀ ਸਾਹਿਬ ਨੂੰ ਇਸ ਵੇਲੇ ਜਿਹੜਾ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ, ਭਾਰਤ ਬਹੁਤ ਵੱਡੇ ਸੰਕਟਾਂ ਚੋਂ ਗੁਜ਼ਰ ਰਿਹਾ ਹੈ। ਜੇ ਆਪਾਂ 75 ਸਾਲਾਂ ਦੀ ਆਜ਼ਾਦੀ ਦਾ ਇਤਿਹਾਸ ਦੇਖਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੇ ਵੱਡੇ ਸੰਕਟ ਆਏ ਨੇ ਤਾਂ ਇਹ ਪਿਛਲੇ 3-4 ਸਾਲਾਂ ਦੇ ਵਿੱਚ ਆਏ ਨੇ, ਚਾਹੇ ਕਰੋਨਾ ਦਾ ਸੰਕਟ ਹੋਵੇ,
ਚਾਹੇ ਤੁਸੀਂ ਕਹੋ ਕਿ ਕਿਸਾਨੀ ਦਾ ਸੰਕਟ ਹੋਵੇ, ਚਾਹੇ ਮਹਿੰਗਾਈ ਦਾ ਸੰਕਟ ਹੋਵੇ। ਮਹਿੰਗਾਈ ਇੰਨੀ ਕਦੇ ਵੀ ਅੱਜ ਤੱਕ ਨਹੀਂ ਸੀ ਵਧੀ। ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਅੱਜ ਤੱਕ ਇੰਨੀਆਂ ਨਹੀਂ ਸੀ ਵਧੀਆਂ। ਔਰ ਇੱਕ ਗੱਲ ਜਿਹੜੀ ਇਸ ਵੇਲੇ ਵੱਡੀ ਹੋ ਰਹੀ ਹੈ ਉਹ ਹੈ ਕਿ ਕਿਸੇ ਵੇਲੇ ਜਦੋਂ 5 ਪੈਸੇ 10 ਪੈਸੇ ਪੈਟਰੋਲ ਔਰ ਡੀਜ਼ਲ ਦੀ ਕੀਮਤ ਵੱਧਦੀ ਸੀ ਤਾਂ ਲੋਕ ਸੜਕਾਂ ਤੇ ਆ ਜਾਂਦੇ ਸੀ। ਅੱਜ ਸੈਂਕੜਿਆਂ ਦੇ ਹਿਸਾਬ ਨਾਲ ਜਿਹੜਾ ਹੈਗਾ ਰੇਟ ਚੱਲ ਰਿਹਾ ਤੇਲ ਔਰ ਡੀਜ਼ਲ ਪੈਟਰੋਲ ਦਾ। ਪਰ ਅੱਜ ਜਿਹੜੇ ਨੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਆਪਾਂ ਦੇਖ ਰਹੇ ਹਾਂ ਕਿਤੇ ਉਹ ਨਜ਼ਰ ਨਹੀਂ ਆ ਰਹੀਆਂ। ਬੇਸ਼ੱਕ ਹਰ ਰੋਜ਼ ਪੈਟਰੋਲ ਡੀਜ਼ਲ ਦੇ ਪੈਟਰੋਲ ਜਿਹੜੇ ਰੇਟ ਨੇ ਉਹ ਵੱਧ ਰਹੇ ਨੇ। ਕੌਣ ਇਸ ਵੇਲੇ ਵਿਰੋਧ ਕੌਣ ਕਰ ਰਿਹਾ? ਕਿਸਾਨ ਜਥੇਬੰਦੀਆਂ। ਤੁਸੀਂ ਦੇਖੋਗੇ ਕਿ ਅੱਜ ਜਿਹੜਾ ਹੈਗਾ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਅੱਜ ਕਿਸਾਨਾਂ ਨੂੰ ਕਾਲ ਦੇਣੀ ਪਈ ਹੈ ਕਿ ਤੁਸੀਂ ਭਾਈ ਸਾਡੀਆਂ ਅੱਜ 10 ਤੋਂ ਲੈ ਕੇ 12 ਵਜੇ ਤੱਕ ਸਾਡੇ ਨਾਲ ਮਹਿੰਗਾਈ ਦੇ ਵਿਰੋਧ ਦੇ ਵਿੱਚ ਸੜਕਾਂ ਤੇ ਉਤਰੋ। ਸੋ ਆਪਾਂ ਜਿਹੜੀਆਂ ਵਿਰੋਧੀ ਪਾਰਟੀਆਂ ਦਾ ਜ਼ਿਕਰ ਕਰਦੇ ਹਾਂ, ਵਿਰੋਧੀ ਪਾਰਟੀਆਂ ਕਿਤੇ ਇਹਦੇ ਤੋਂ ਗਾਇਬ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਹਨਾਂ ਦੇ ਮੁੱਦੇ ਵਿਰੋਧੀ ਪਾਰਟੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਠਾਉਣ। ਸੋ ਇਸ ਕਰਕੇ ਉਹ ਸਾਨੂੰ ਵਿਰੋਧ ਨਜ਼ਰ ਨਹੀਂ ਆ ਰਿਹਾ ਸੜਕਾਂ ਦੇ ਉੱਤੇ। ਸੁਖਿੰਦਰ ਜੀ ਬਿਲਕੁਲ। ਜੇਕਰ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਡਾਕਟਰ ਸਾਹਿਬ, ਅਗਲੀ ਖਬਰ ਪੰਜਾਬ ਨਾਲ ਰਿਲੇਟਡ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੇ ਆਪਣੇ ਸਲਾਹਕਾਰ ਨਿਯੁਕਤ ਕੀਤੇ ਗਏ ਸੀਗੇ 2022 ਦੀਆਂ ਚੋਣਾਂ ਦੇ ਮੱਦੇਨਜ਼ਰ, ਤਾਂ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਉਹਨਾਂ ਦੀ ਬੈਠਕ ਹੋਈ ਹੈ। ਕਹਿੰਦੇ ਕਿ ਸਿੱਧੇ ਤੌਰ ਤੇ ਨਸੀਹਤ ਦਿੱਤੀ ਹੈ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਕਿ ਭਾਈ ਕੈਪਟਨ ਜੀ ਤੁਹਾਡੇ ਲਈ ਜਿਹੜੀਆਂ 2022 ਦੀਆਂ ਚੋਣਾਂ ਜਿੱਤਣਾ ਬਿਲਕੁਲ ਵੀ ਆਸਾਨ ਨਹੀਂ ਹੈ, ਸਿਰਤੋੜ ਯਤਨ ਕਰਨੇ ਪੈਣਗੇ। ਕਿਵੇਂ ਦੇਖਦੇ ਹੋ ਕਿ ਉਹ ਗੱਲਾਂ ਤੇ ਮੋਹਰ ਲੱਗ ਰਹੀ ਹੈ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਚੱਕ ਰਹੇ ਨੇ, ਬਾਕੀ ਲੀਡਰ ਚੱਕ ਰਹੇ ਨੇ ਕਿ ਕੈਪਟਨ ਦੇ ਚਿਹਰੇ ਦੇ ਨਾਲ ਜਾਣਾ ਕਾਂਗਰਸ ਨੂੰ 2022 ਦੇ ਲਈ ਸਹੀ ਨਹੀਂ ਰਹੂਗਾ? ਕੀ ਲੱਗਦਾ ਕਿ ਹੁਣ ਉਹਨਾਂ ਦੇ ਸਲਾਹਕਾਰ ਵੀ ਇਹੀ ਗੱਲਾਂ ਕਹਿਣ ਲੱਗੇ? ਸੁਖਵਿੰਦਰ ਜੀ, ਇੱਕ ਕਹਾਵਤ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਸੋ ਕੈਪਟਨ ਅਮਰਿੰਦਰ ਸਿੰਘ ਕਾਠ ਦੀ ਹਾਂਡੀ ਨੂੰ ਬਾਰ-ਬਾਰ ਦੁਹਰਾਉਣਾ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਬਿਨਾਂ ਕੰਮ ਕੀਤਿਆਂ, ਬਿਨਾਂ ਵਾਅਦੇ ਪੂਰੇ ਕੀਤਿਆਂ, ਬਿਨਾਂ ਲੋਕਾਂ 'ਚ ਆਇਆ, ਬਿਨਾਂ ਪੰਜਾਬ ਦੇ ਵਿੱਚ ਵੜਿਆ, ਬਿਨਾਂ ਆਪਣੇ ਦਫ਼ਤਰ 'ਚ ਜਾਇਆ। ਪਹਿਲੀ ਵਾਰੀ ਹੋਇਆ ਸੁਖਵਿੰਦਰ ਜੀ ਕਿ ਕੈਪਟਨ ਸਾਹਿਬ 4.5 ਸਾਲ ਤੋਂ ਆਪਣੇ ਜਿਹੜਾ ਸਰਕਾਰੀ ਦਫ਼ਤਰ ਮਿਲਿਆ ਇਹਨਾਂ ਨੂੰ ਉਹਦੇ ਵਿੱਚ ਗਏ ਨਹੀਂ ਹੈਗੇ। ਬਾਹਰੋਂ ਆਪਣੀ ਕੋਠੀ ਤੋਂ ਜਾਂ ਸੁਸ਼ਮਾ ਜਿਹੜਾ ਫਾਰਮ ਹਾਊਸ ਇਹਨਾਂ ਦੇ ਬਣਾਇਆ ਹੋਇਆ ਉੱਥੋਂ ਹੀ ਆਪਣਾ ਕੰਮ ਚਲਾ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਤੁਸੀਂ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਔਰ ਪ੍ਰਸ਼ਾਂਤ ਕਿਸ਼ੋਰ ਨੇ ਤਾਂ ਕਰਵਾਏ ਸੀ, ਉਹ ਪ੍ਰਸ਼ਾਂਤ ਕਿਸ਼ੋਰ ਵੀ ਅੱਜ ਸੋਚਦੇ ਨੇ ਕਿ ਜਿਹੜੇ ਮੈਂ ਵਾਅਦੇ ਇਹਨਾਂ ਨੂੰ ਲਿਖ ਕੇ ਕਰਵਾਏ ਸੀ, ਜਿਹੜੀ ਸਟ੍ਰੈਟਜੀ ਮੈਂ ਦੇ ਕੇ ਗਿਆ ਸੀ, ਉਹਦੇ ਤਾਂ ਪੂਰੇ ਉਤਰੇ ਨਹੀਂ ਹੈਗੇ। ਔਰ 4.5 ਸਾਲ ਇਹਨਾਂ ਨੂੰ ਉਹਦੇ ਉੱਤੇ ਕੰਮ ਕਰਨਾ ਚਾਹੀਦਾ ਸੀਗਾ ਤਾਂ ਉਹ 22 ਦੇ ਵਿੱਚ ਚਿਹਰਾ ਬਣ ਸਕਦੇ ਸੀਗੇ। ਸੋ ਇਹੀ ਜਿਹੜੀ ਦੁਚਿੱਤੀ ਆ, ਜਿਹੜੀ ਚਿੰਤਾ ਹੈ ਪ੍ਰਸ਼ਾਂਤ ਕਿਸ਼ੋਰ ਦੇ ਮਨ ਦੇ ਵਿੱਚ, ਉਹੀ ਉਹਨਾਂ ਨੇ ਕੈਪਟਨ ਸਾਹਿਬ ਨੂੰ ਦੱਸੀ ਹੈ। ਕੱਲ ਇਹੀ ਦੱਸਿਆ ਕਿ ਭਾਈ ਤੁਹਾਡਾ ਜੇ ਅਸੀਂ ਚਿਹਰਾ ਲੈ ਕੇ ਜਾਏਗੀ ਕਾਂਗਰਸ ਤਾਂ ਇਹ ਚੁਣੌਤੀ ਬਹੁਤ ਵੱਡੀ ਹੈ, ਇਹਦੇ ਨਾਲ ਸੰਭਾਵਨਾਵਾਂ ਬਹੁਤ ਘੱਟ ਨੇ। ਸੋ ਹੋ ਸਕਦਾ ਹੈ ਕਿ ਤੁਸੀਂ ਕੋਈ ਨਵਾਂ ਰਸਤਾ ਲੱਭਣ ਦੀ, ਮੈਨੂੰ ਲੱਗਦਾ ਕਿ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਉਹ ਕੋਈ ਨਵਾਂ ਰਸਤਾ ਤਲਾਸ਼ੇਗੀ। ਔਰ ਨਵਾਂ ਰਸਤਾ ਇਹੀ ਹੈ ਕਿ ਨਵੇਂ ਚਿਹਰੇ ਜਿਹੜੇ ਨੇ ਅੱਗੇ ਲੈ ਕੇ ਆਏਗੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ, ਕਿਉਂਕਿ ਹਾਈ ਕਮਾਂਡ ਵੀ ਇਹ ਗੱਲ ਜਾਣਦੀ ਹੈ ਕਿ ਜੇਕਰ ਅਸੀਂ ਉਸੇ ਤਰ੍ਹਾਂ ਜਾਵਾਂਗੇ ਜਿਸ ਤਰ੍ਹਾਂ ਕੈਪਟਨ ਸਾਹਿਬ ਸੋਚ ਰਹੇ ਨੇ ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਵੱਡਾ ਨੁਕਸਾਨ ਕਾਂਗਰਸ ਦਾ 22 ਦੇ ਵਿੱਚ ਹੋਏਗਾ। ਔਰ ਜੇਕਰ 22 ਦੇ ਵਿੱਚ ਕਾਂਗਰਸ ਨੂੰ ਵੱਡਾ ਨੁਕਸਾਨ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਹਾਰ ਦੀਆਂ ਸੰਭਾਵਨਾਵਾਂ ਨੇ। ਔਰ ਜੇ ਹਾਰਦੀ ਹੈ ਤਾਂ ਇਦਾਂ ਦੇ ਜਿਹੜੇ ਚਿਹਰੇ ਆ ਰਹੇ ਨੇ ਅੱਗੇ, ਜਿਹੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਉਹਦੇ ਨਾਲ ਜਿਹੜਾ ਹੈਗਾ ਪੰਜਾਬ ਦੇ ਲੋਕ ਉਹਨਾਂ ਨੂੰ ਆਪਣੇ ਨੇਤਾ ਨਹੀਂ ਮੰਨਣਗੇ। ਇਸ ਵੇਲੇ ਆਪਾਂ ਜਿਵੇਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਔਰ ਇਹੀ ਗੱਲ ਪ੍ਰਸ਼ਾਂਤ ਕਿਸ਼ੋਰ ਜੀ ਕਹਿ ਰਹੇ ਨੇ ਕਿ ਜਿਸ ਕਿਸਮ ਦੇ ਨਾਲ ਉਹ 17 ਦੇ ਵਿੱਚ ਆਏ ਸੀਗੇ ਕੈਪਟਨ ਸਾਹਿਬ ਔਰ ਜਿਸ ਕਿਸਮ ਦੇ ਨਾਲ 19 ਦੇ ਵਿੱਚ ਉਹਨਾਂ ਦਾ ਚਿਹਰਾ ਅੱਗੇ ਲਿਆਂਦਾ ਗਿਆ ਸੀਗਾ, ਇਹ ਹੁਣ 22 ਦੇ ਵਿੱਚ ਉਹ ਦੌਰ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੀਆਂ ਬੁਨਿਆਦੀ ਤਬਦੀਲੀਆਂ ਜਿਹੜੀਆਂ ਨੇ ਵਰਤ ਚੁੱਕੀਆਂ ਨੇ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਮਾਈਂਡ ਸੈਟ ਹੈ ਉਹ ਬਹੁਤ ਬਦਲ ਚੁੱਕਿਆ ਹੈ। ਔਰ ਇਸ ਵੇਲੇ ਜਿਹੜਾ ਕਿਸਾਨੀ ਅੰਦੋਲਨ ਹੈ ਉਹਨੇ ਬਹੁਤ ਜ਼ਿਆਦਾ ਪ੍ਰਭਾਵ ਪੰਜਾਬ ਦੀ ਚੇਤਨਾ ਦੇ ਉੱਤੇ ਪਾਇਆ, ਪੰਜਾਬ ਦੇ ਕਿਸਾਨਾਂ ਦੇ ਉੱਤੇ ਪਾਇਆ। ਔਰ ਜੇਕਰ ਤੁਸੀਂ ਕਿਸਾਨਾਂ ਤੋਂ ਵੋਟਾਂ ਲੈਣੀਆਂ ਨੇ ਜਾਂ ਪੰਜਾਬ ਦੇ ਲੋਕਾਂ ਤੋਂ ਵੋਟਾਂ ਲੈਣੀਆਂ ਨੇ ਤਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਜਿੰਨੀ ਦੇਰ ਤੁਸੀਂ ਪੂਰੇ ਨਹੀਂ ਕਰੋਗੇ ਉਨੀ ਦੇਰ ਤੁਹਾਨੂੰ ਚਿਹਰਾ ਸਮਝਣਾ ਪੰਜਾਬ ਦੇ ਲੋਕ ਜਿਹੜੇ ਨੇ ਉਹ ਨਹੀਂ ਮੰਨਣਗੇ। ਔਰ ਇਹੀ ਗੱਲ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਖੁਦ ਉਹ ਨਹੀਂ ਪੰਜਾਬ ਦੇ ਵਿੱਚ ਰਹਿ ਰਹੇ, ਪਰ ਉਹਨਾਂ ਦੀ ਜਿਹੜੀ ਟੀਮ ਹੈ, ਇਹ ਦੱਸਿਆ ਜਾ ਰਿਹਾ ਕਿ ਜਿਹੜੀ ਟੀਮ ਹੈ ਪਿਛਲੇ ਲੰਮੇ ਸਮੇਂ ਤੋਂ ਇੱਥੇ ਕੰਮ ਕਰ ਰਹੀ ਹੈ ਔਰ ਉਸ ਟੀਮ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਰਿਪੋਰਟਾਂ ਬਿਲਕੁਲ
ਕੈਪਟਨ ਸਾਹਿਬ ਦੇ ਨੈਗੇਟਿਵ ਆ ਰਹੀਆਂ ਨੇ। ਕੈਪਟਨ ਸਾਹਿਬ ਨੂੰ ਇਹੀ ਕਹਿ ਰਹੀਆਂ ਨੇ ਕਿ ਤੁਸੀਂ ਜਿੰਨੀ ਦੇਰ ਪੰਜਾਬ ਦੇ ਵਿੱਚ ਨਹੀਂ ਜਾਓਗੇ, ਵਾਅਦੇ ਪੂਰੇ ਨਹੀਂ ਕਰੋਗੇ, ਉਨੀ ਦੇਰ ਪੰਜਾਬ ਦੇ ਲੋਕ ਤੁਹਾਨੂੰ ਨਹੀਂ ਚਾਹਣਗੇ। ਸੋ ਇਸ ਕਰਕੇ ਉਹੀ ਗੱਲ ਰਿਪੋਰਟਾਂ ਦੇ ਆਧਾਰ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਨੇ ਕਹੀ ਹੈ। ਜਿਹੜੀ ਗੱਲ ਆਪਾਂ ਲਗਾਤਾਰ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਆ ਰਹੇ ਹਾਂ, ਉਹੀ ਗੱਲਾਂ ਜਿਹੜੀਆਂ 1 ਘੰਟੇ ਦੀ ਲਗਭਗ ਮੀਟਿੰਗ ਹੋਈ ਹੈ ਕੱਲ ਦਿੱਲੀ ਦੇ ਵਿੱਚ, ਉਹੀ ਗੱਲਾਂ ਪ੍ਰਸ਼ਾਂਤ ਕਿਸ਼ੋਰ ਨੇ ਸਿੱਧੇ ਤੌਰ ਤੇ ਜਿਹੜੀਆਂ ਨੇ ਉਹ ਰੱਖੀਆਂ ਨੇ। ਕਿਉਂਕਿ ਕੈਪਟਨ ਸਾਹਿਬ ਦੀ ਜਿਹੜੀ ਕੋਟਰੀ ਹੈ ਨਾ, ਉਹ ਉਹਨਾਂ ਨੂੰ ਸੱਚ ਸਾਹਮਣੇ ਨਹੀਂ ਲਿਆ ਰਹੀ, ਉਹਨਾਂ ਦੇ ਸੱਚ ਸਾਹਮਣੇ ਪੇਸ਼ ਨਹੀਂ ਕਰ ਰਹੀ, ਉਹਨਾਂ ਨੂੰ ਕਿਤੇ ਹੋਰ ਸਬਜ਼ ਬਾਗ ਦਿਖਾਏ ਜਾ ਰਹੇ ਨੇ। ਪਰ ਪ੍ਰਸ਼ਾਂਤ ਕਿਸ਼ੋਰ ਨੇ ਸ਼ੀਸ਼ਾ ਜ਼ਰੂਰ ਦਿਖਾਤਾ ਕੱਲ ਉਹਨਾਂ ਨੂੰ। ਹਾਂ ਬਿਲਕੁਲ, ਉਹ ਪੰਜਾਬ ਦਾ ਜੋ ਇਸ ਵੇਲੇ ਪੰਜਾਬ ਦਾ ਜੋ ਹਕੀਕਤ ਹੈ, ਪੰਜਾਬ ਦੀ ਸੱਚਾਈ ਹੈ, ਪੰਜਾਬ ਦਾ ਜੋ ਫਰਕ ਹੈ, ਉਹ ਲੋਕ ਮੰਨਦੇ ਨੇ। ਸਿਆਸੀ ਗਲਿਆਰਾਂ ਦੇ ਵਿੱਚ ਚਰਚਾਵਾਂ ਨੇ ਤੇ ਲੋਕ ਮੰਨਦੇ ਵੀ ਨੇ ਕਿ ਜਿਹੜਾ ਕੁਝ ਪ੍ਰਸ਼ਾਂਤ ਕਿਸ਼ੋਰ ਜੱਜ ਕਰਦੇ ਨੇ ਤੇ ਉਹ ਕੁਝ ਹੁੰਦਾ ਵੀ ਹੈ। ਬੰਗਾਲ ਦੇ ਵਿੱਚ ਦੇਖੋ ਪੂਰੇ ਦਾ ਪੂਰਾ ਜ਼ੋਰ ਲਾਤਾ ਸੀ ਮੋਦੀ ਸਰਕਾਰ ਨੇ। ਲੋਕ ਕਹਿੰਦੇ ਸੀ ਕਿ ਮੋਦੀ ਨੇ ਜ਼ੋਰ ਲਾਤਾ ਤੇ ਸਰਕਾਰ ਮੋਦੀ ਦੀ ਹੀ ਬਣੇਗੀ, ਯਾਨੀ ਕਿ ਭਾਜਪਾ ਦੀ ਹੀ ਬਣੇਗੀ ਬੰਗਾਲ ਦੇ ਵਿੱਚ। ਤਾਂ ਜਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਹੀ ਇੱਕ ਗੱਲ ਕਹਿੰਦੇ ਆ ਰਹੇ ਸੀ ਕਿ 100 ਸੀਟਾਂ ਵੀ ਭਾਜਪਾ ਨਹੀਂ ਟੱਪੇਗੀ, ਤਾਂ ਉਹੀ ਗੱਲਾਂ ਹੋਈਆਂ। ਇਸ ਤੋਂ ਪਹਿਲਾਂ ਵੀ ਚਾਹੇ ਉਹ ਪੰਜਾਬ ਦੀਆਂ ਵਿਧਾਨ ਸਭਾ, ਚਾਹੇ ਕੇਜਰੀਵਾਲ ਦੀ ਗੱਲ ਹੋਵੇ, ਚਾਹੇ ਮੋਦੀ ਲਈ ਕੰਮ ਕਰ ਚੁੱਕੇ ਨੇ, ਜਿਨ੍ਹਾਂ ਲਈ ਕੰਮ ਕੀਤਾ, ਜਿਨ੍ਹਾਂ ਨੂੰ ਰਣਨੀਤੀ ਬਣਾ ਕੇ ਦਿੱਤੀ ਹੈ, ਜੋ ਵੀ ਉਹ ਕਹਿੰਦੇ ਰਹੇ ਨੇ ਅੱਜ ਤੱਕ ਸੱਚ ਹੀ ਹੁੰਦਾ ਹੈ। ਸੁਖਵਿੰਦਰ ਜੀ, ਸਿਰਫ ਇਹ ਨਹੀਂ ਕਿ ਜਦੋਂ ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਕਿਸੇ ਵੇਲੇ 17 ਦੇ ਵਿੱਚ ਕਾਂਗਰਸ ਹਾਰ ਰਹੀ ਸੀ, ਪਿੱਛੇ ਚੱਲ ਰਹੀ ਸੀਗੀ, ਪਰ ਜਦੋਂ ਪ੍ਰਸ਼ਾਂਤ ਕਿਸ਼ੋਰ ਜੀ ਨੇ ਕਿਹਾ ਕਿ ਭਾਈ ਤੁਹਾਡਾ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ, ਪ੍ਰਗਟ ਸਿੰਘ ਤੋਂ ਬਿਨਾਂ ਨਹੀਂ ਸਰੇਗਾ, ਜੇ ਤੁਸੀਂ ਪੰਜਾਬ ਦੇ ਵਿੱਚ ਜਿੱਤਣਾ ਚਾਹੁੰਦੇ ਨੇ, ਵਾਅਦੇ ਤਾਂ ਤੁਸੀਂ ਕਰੋ। ਨਵਜੋਤ ਸਿੰਘ ਸਿੱਧੂ ਨੇ ਵੀ ਆਪਣਾ ਜਿਹੜੀ ਇੰਟਰਵਿਊ, ਬਿਲਕੁਲ ਸਿੱਧੂ ਸਾਹਿਬ ਨੇ ਵੀ ਇਹ ਗੱਲਾਂ ਆਪਣੇ ਟਵੀਟਾਂ ਦੇ ਵਿੱਚ ਕਹੀਆਂ ਜੀ, ਆਪਣੀਆਂ ਇੰਟਰਵਿਊ ਦੇ ਵਿੱਚ ਕਹੀਆਂ ਨੇ ਕਿ ਭਾਈ ਮੈਂ ਤਾਂ ਪ੍ਰਸ਼ਾਂਤ ਕਿਸ਼ੋਰ ਕਰਕੇ ਆਇਆ। ਔਰ ਪ੍ਰਸ਼ਾਂਤ ਕਿਸ਼ੋਰ ਜੀ ਦਾ ਸਿੱਧੂ ਸਾਹਿਬ ਨੂੰ ਮਨਾਉਣਾ, ਬਾਰ-ਬਾਰ ਉਹਨਾਂ ਦੇ ਘਰ ਦੇ ਵਿੱਚ ਜਾਣਾ, ਪ੍ਰਗਟ ਸਿੰਘ ਹੋਰਾਂ ਨੂੰ ਮਨਾਉਣਾ, ਇਹ ਆਪਣੇ ਆਪ 'ਚ ਇੱਕ ਵੱਡੀ ਸਟ੍ਰੈਟਜੀ ਸੀਗੀ ਉਸ ਵੇਲੇ। ਸੋ ਇਸ ਗੱਲ ਨੂੰ ਵੀ ਹਾਈ ਕਮਾਂਡ ਨੂੰ ਸਮਝਣਾ ਚਾਹੀਦਾ ਹੈ, ਔਰ ਖਾਸ ਤੌਰ ਤੇ ਸੋਨੀਆ ਜੀ ਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਸਿੱਧੂ ਸਾਹਿਬ ਜਾਂ ਪ੍ਰਗਟ ਸਿੰਘ ਵਰਗੇ ਬੰਦੇ ਕਾਂਗਰਸ 'ਚ ਨਾ ਆਉਂਦੇ ਤਾਂ ਕੱਲੀ ਕੈਪਟਨ ਸਾਹਿਬ ਦੇ ਚਿਹਰੇ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਨਹੀਂ ਸੀ ਜਿੱਤ ਸਕਦੇ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਇਹ ਵੀ ਪਤਾ ਹੈ ਕਿ ਜੇਕਰ ਅਗਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਬਾਹਰ ਜਾਂਦੇ ਨੇ ਪਾਰਟੀ ਚੋਂ, ਕਾਂਗਰਸ ਤੋਂ ਬਾਹਰ ਜਾਂਦੇ ਨੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਵੱਡਾ ਫਰਕ ਜਿਹੜਾ ਹੈਗਾ ਪੈ ਸਕਦਾ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਔਰ ਪ੍ਰਗਟ ਸਿੰਘ ਵਰਗੇ ਚਿਹਰਿਆਂ ਨੂੰ ਕਦੇ ਵੀ ਹਾਈ ਕਮਾਂਡ ਜਿਹੜੀ ਹੈਗੀ ਆ ਉਹਨਾਂ ਨੂੰ ਮਾਈਨਸ ਨਹੀਂ ਕਰ ਸਕਦੀ, ਔਰ ਨਾ ਹੀ ਕਰਨਾ ਚਾਹੀਦਾ। ਜਿਹੜੇ ਕੈਪਟਨ ਸਾਹਿਬ ਜਿਹੜੇ ਰੁੱਸੇ ਹੋਏ ਨੇ ਨਾ ਕਿ ਮੈਂ ਤਾਂ ਨਵਜੋਤ ਸਿੰਘ ਸਿੱਧੂ ਦਾ ਨਾਂ ਸੁਣ ਕੇ ਰਾਜ਼ੀ ਨਹੀਂ ਹਾਂ, ਮੈਂ ਤਾਂ ਉਹਨੂੰ ਕਢਾ ਕੇ ਰਾਜ਼ੀ ਹਾਂ ਕਾਂਗਰਸ ਦੇ ਵਿੱਚੋਂ, ਇਹ ਉਹਨਾਂ ਦੀ ਗਲਤਫਹਿਮੀ ਹੈ ਕਿ ਕੈਪਟਨ ਸਾਹਿਬ ਦੀ ਕਿ ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ ਤੋਂ ਬਿਨਾਂ ਉਹ ਦੁਬਾਰਾ ਕੋਈ ਚਿਹਰਾ ਬਣ ਜਾਣਗੇ, ਦੁਬਾਰਾ ਸੱਤਾ 'ਚ ਆ ਜਾਣਗੇ। ਸਗੋਂ ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜੀ ਹੈਗੀ ਹੈ, ਇਸ ਗੱਲ ਦਾ ਧੰਨਵਾਦ ਕਰਨਾ ਚਾਹੀਦਾ ਪ੍ਰਸ਼ਾਂਤ ਕਿਸ਼ੋਰ ਦਾ, ਨਵਜੋਤ ਸਿੰਘ ਸਿੱਧੂ ਦਾ। ਇਹ ਵੀ ਗੱਲ ਕਹੀ ਗਈ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ 18 ਨੁਕਤੇ, ਭਾਵ ਕਿ ਜਿਹੜੇ ਵੱਖ-ਵੱਖ ਮੁੱਦੇ ਨਵਜੋਤ ਸਿੰਘ ਸਿੱਧੂ ਚੱਕਦੇ ਰਹੇ ਆ, ਤੇ ਉਹਨਾਂ ਮੁੱਦਿਆਂ ਨੂੰ ਹੀ ਨੁਕਤੇ ਬਣਾ ਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਵੱਲੋਂ ਬਣਾਈ 3 ਮੈਂਬਰੀ ਕਮੇਟੀ ਦੇ ਵੱਲੋਂ ਦਿੱਤੇ ਗਿਆ, ਉਹਨਾਂ ਨੁਕਤਿਆਂ ਤੇ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ 18 ਨੁਕਤੇ ਨੇ ਇਹ ਪੂਰੇ ਕਰੋ, ਫਿਰ ਉਸ ਤੋਂ ਬਾਅਦ ਜਿਹੜੇ ਗੱਲਬਾਤ ਸੋਚੀ ਜਾ ਸਕਦੀ ਹੈ ਸਰਕਾਰ ਬਣਾਉਣ ਦੇ ਬਾਰੇ। ਸੁਖਵਿੰਦਰ ਜੀ, 18 ਨੁਕਤੇ ਉਹੀ ਨੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਦਿੱਤੇ ਸੀਗੇ, ਉਹੀ ਦੁਆਰਾ ਲਗਭਗ 4.5 ਸਾਲ ਤੋਂ ਚੱਲਦੇ ਆ ਰਹੇ ਨੇ, ਔਰ ਲੋਕਾਂ ਦੇ ਵਿੱਚ ਇਹੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਕਿ ਭਾਈ ਇਹ ਜਿਹੜੇ 18 ਵੱਡੇ ਵਾਅਦੇ, ਜਿਹੜੇ ਵੱਡੇ ਨੁਕਤੇ ਕੈਪਟਨ ਸਾਹਿਬ ਨੇ ਲਿਖਤੀ ਤੌਰ ਤੇ ਕੀਤੇ ਹੋਏ ਆ, ਔਰ ਹੱਥ 'ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਤੀਆਂ ਹੋਈਆਂ ਨੇ, ਕਿ ਉਹਨਾਂ ਦੇ ਵਾਅਦਿਆਂ ਦਾ ਕੀ ਬਣਿਆ। ਔਰ ਇਹ ਸਵਾਲ ਜਿਹੜੇ ਨੇ ਅੱਜ ਪੰਜਾਬ ਦੇ ਲੋਕ ਪੁੱਛ ਰਹੇ ਨੇ, ਇਹੀ ਸਵਾਲ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਤੋਂ ਪੁੱਛ ਰਹੇ ਨੇ, ਇਹੀ ਸਵਾਲ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹ ਆਪਣੇ ਕੈਪਟਨ ਸਾਹਿਬ ਨੂੰ ਕਰ ਰਹੇ ਨੇ ਕਿ ਤੁਸੀਂ ਪਹਿਲਾਂ ਉਹ 18 ਨੁਕਾਤੀ ਪ੍ਰੋਗਰਾਮ ਉਹਨੂੰ ਲਾਗੂ ਤਾਂ ਕਰੋ, ਉਹਨੂੰ ਸਫਲ ਤਾਂ ਬਣਾਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਤੁਹਾਡੇ ਤੇ ਬਣੇਗਾ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿੰਨੀ ਇੱਥੇ ਬਹੁਤ ਇਸ ਵੇਲੇ ਕੈਪਟਨ ਸਾਹਿਬ ਦੀ ਜਿਹੜੀ ਹੈਗੀ ਹੈ ਬਹੁਤ ਕੁਰਸੀ ਦਾਅ ਤੇ ਇਸ ਲਈ ਲੱਗੀ ਹੋਈ ਹੈ ਕਿ ਉਹਨਾਂ ਨੂੰ ਜੇਕਰ ਇਹ 18 ਨੁਕਾਤੀ ਪ੍ਰੋਗਰਾਮ ਸਫਲ ਨਹੀਂ ਹੁੰਦਾ, ਜੇ ਉਹ ਪੂਰਾ ਨਹੀਂ ਕਰਦੇ ਇਹਨਾਂ ਨੁਕਤਿਆਂ ਨੂੰ, ਤਾਂ ਲਾਜ਼ਮੀ ਤੌਰ ਤੇ ਹਾਈ ਕਮਾਂਡ ਜਿਹੜੀ ਹੈਗੀ ਹੈ ਕੋਈ ਨਵਾਂ ਫੈਸਲਾ ਕਰੇਗੀ,
ਔਰ ਨਵਾਂ ਚਿਹਰਾ 22 ਦੇ ਵਿੱਚ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਲਗਭਗ 6-7 ਮਹੀਨਿਆਂ ਦੇ ਵਿੱਚ ਇਹ ਜਿਹੜੇ 18 ਨੁਕਾਤੀ ਪ੍ਰੋਗਰਾਮ ਹੈ, ਜੇ 4.5 ਸਾਲ ਇਹ ਕੰਮ ਨਹੀਂ ਹੋਏ ਤਾਂ 6 ਮਹੀਨਿਆਂ ਦੇ ਵਿੱਚ ਕਿਵੇਂ ਹੋ ਜਾਣਗੇ, ਇਹ ਸੰਭਵ ਨਹੀਂ ਲੱਗ ਰਿਹਾ। ਸੋ ਇਸ ਕਰਕੇ ਕੈਪਟਨ ਸਾਹਿਬ ਬੁਰੀ ਤਰ੍ਹਾਂ ਫੇਲ ਪਹਿਲਾਂ ਵੀ ਹੋਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਸੋ ਇਹਨਾਂ ਦੀ ਜਗ੍ਹਾ ਹੋ ਸਕਦਾ ਹੈ ਹਾਈ ਕਮਾਂਡ। ਤੁਸੀਂ ਕਹੀ ਹੈ ਕਿ ਹਾਈ ਕਮਾਨ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇੱਥੇ ਤਿਆਰੀਆਂ ਖਿੱਚਣ ਲੱਗੇ, ਤਾਂ ਹੁਣ ਸ਼ੀਸ਼ਾ ਜਿਹੜਾ ਦਿਖਾਇਆ ਗਿਆ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਕਿ ਭਾਈ ਤੁਹਾਡੀ ਅਸਲੀਅਤ ਪੰਜਾਬ ਲੋਕਾਂ ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਹੈ, ਸਹੀ ਤਰੀਕੇ ਨਾਲ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ੀਸ਼ਾ ਦਿਖਾਇਆ ਗਿਆ।